ਰਾਜਨੀਤੀ ਮੁੱਦਿਆਂ ਤੋਂ ਘਟ ਕੇ ਹੁਣ ਦੂਸ਼ਣਬਾਜ਼ੀ ਤੇ ਆ ਕੇ ਅਟਕ ਗਈ ਹੈ। ਗੱਲ ਕਰਾਂਗੇ ਨੀਟ ਲੀਕ ਮਾਮਲੇ ਦੀ। ਹਾਲਾਂਕਿ ਦੇਸ਼ ਭਰ ਦੇ ਵਿੱਚ ਅੰਦੋਲਨ ਹੋ ਰਹੇ ਨੇ। ਜੰਤਰ ਮੰਤਰ ਦੇ ਵਿੱਚ ਸੀਜੇਪੀ ਦਾ ਅੰਦੋਲਨ ਚੱਲ ਰਿਹਾ। ਸੋਨਮ ਵਾਂਗਚੁਕ ਉਸ ਨੂੰ ਸਮਰਥਨ ਦੇ ਰਹੇ ਨੇ। ਸਵਾਲ ਇਹ ਹੈ ਕਿ ਚਾਹੇ ਮੌਜੂਦਾ ਸਰਕਾਰ ਹੈ, ਚਾਹੇ ਪਿਛਲੀਆਂ ਸਰਕਾਰਾਂ ਨੇ, ਪੇਪਰ ਲੀਕ ਮਾਮਲਿਆਂ ਦੇ ਵਿੱਚ ਕਿੰਨੇ ਪੇਪਰ ਲੀਕ ਹੋਏ, ਉਹਨਾਂ ਮਾਮਲਿਆਂ ਦੇ ਵਿੱਚ ਕੀ ਕੁਝ ਹੋਇਆ, ਕਦੋਂ ਬਿੱਲ ਬਣਿਆ ਔਰ ਉਸ ਬਿੱਲ ਬਣਨ ਤੋਂ ਬਾਅਦ ਕਦੋਂ ਕਿੱਥੇ ਕਾਰਵਾਈ ਹੋਈ ਹੈ, ਇਸ ਤੇ ਚਰਚਾ ਵੀ ਕਰਾਂਗੇ। ਮੇਰੇ ਨਾਲ ਸੀਨੀਅਰ ਜਰਨਲਿਸਟ ਆਰਤੀ ਕਪੂਰ ਸਿੰਘ ਵੀ ਬਣੇ ਹੋਏ ਨੇ। ਆਰਤੀ ਜੀ ਸਤਿ ਸ਼੍ਰੀ ਅਕਾਲ। ਥੈਂਕ ਯੂ ਪ੍ਰਿयंका। ਸੋ ਹੁਣ ਸਵਾਲ ਇਹ ਹੈ ਕਿ ਠੀਕ ਹੈ, ਦੇਸ਼ ਭਰ ਦੇ ਵਿੱਚ ਅੰਦੋਲਨ ਹੋ ਰਹੇ ਨੇ, ਸਰਕਾਰਾਂ ਇਹ ਕਹਿ ਕੇ ਆਪਣਾ ਪੱਲਾ ਛਡਾ ਲੈਂਦੀਆਂ ਅਸੀਂ ਕਾਨੂੰਨ ਬਣਾਤੇ। 2024 ਦੇ ਵਿੱਚ ਜੋ ਕਾਨੂੰਨ ਬਣਿਆ ਸੀ ਪ੍ਰੀਵੈਂਸ਼ਨ ਵਾਸਤੇ, ਉਸ ਕਾਨੂੰਨ ਤੋਂ ਬਾਅਦ ਕੁਝ ਸਟੇਟਸ ਦੇ ਵਿੱਚ ਕਾਰਵਾਈਆਂ ਹੋਈਆਂ। ਹੁਣ ਅਗਰ ਅਸੀਂ ਇੱਕ ਵਾਰ ਨਜ਼ਰ ਮਾਰੀਏ, ਸਭ ਤੋਂ ਪਹਿਲਾਂ ਅਗਰ ਅਸੀਂ ਯੂਪੀ ਗਵਰਨਮੈਂਟ ਦੀ ਗੱਲ ਕਰ ਲੈਂਦੇ ਹਾਂ ਕਿ ਆਖਿਰ ਉਸ ਗਵਰਨਮੈਂਟ ਦੇ ਵਿੱਚ ਕਦੋਂ ਪੇਪਰ ਲੀਕ ਹੋਇਆ, ਕਿਹੜਾ ਪੇਪਰ ਲੀਕ ਹੋਇਆ। 2006 ਤੋਂ ਸਟਾਰਟ ਕਰਦੇ ਕਿਉਂਕਿ 2004 ਤੋਂ 14 ਤੱਕ, ਉਸ ਤੋਂ ਬਾਅਦ ਬੀਜੇਪੀ ਤੇ ਵੀ ਆਵਾਂਗੇ ਕਿ ਬੀਜੇਪੀ ਸਰਕਾਰ ਦੇ ਵਿੱਚ, ਹਾਲਾਂਕਿ ਕੱਲ ਰਾਹੁਲ ਗਾਂਧੀ ਨੇ ਕਹਿਤਾ 10 ਸਾਲਾਂ ਦੇ ਵਿੱਚ 152 ਪੇਪਰ ਲੀਕ ਹੋਏ। ਸਭ ਤੋਂ ਪਹਿਲਾਂ 2006 ਦੇ ਵਿੱਚ ਏਮਸ ਮੈਡੀਕਲ ਪੇਪਰ ਪ੍ਰੀਖਿਆ ਉਹ ਰੱਦ ਕਰਨੀ ਪਈ, ਦੁਬਾਰਾ ਟੈਸਟ ਕਰਨਾ ਪਿਆ। ਉਸ ਤੋਂ ਬਾਅਦ 2006 ਤੋਂ ਬਾਅਦ 2008 ਦੇ ਵਿੱਚ ਵੀ, ਯਾਨੀ ਕਿ ਸਿਲਸਿਲਾ ਚੱਲਦਾ ਰਿਹਾ, ਹਰ ਸਰਕਾਰ ਦੇ ਵਿੱਚ ਸਿਲਸਿਲਾ ਚੱਲਦਾ ਰਿਹਾ। ਅਗਲੇ ਗ੍ਰਾਫਿਕ ਦਾ ਰੁਖ ਕਰਾਂਗੇ। ਏਮਸ ਮੈਡੀਕਲ ਪੇਪਰ ਲੀਕ ਹੋਣ ਤੋਂ ਬਾਅਦ 2008 ਦੇ ਵਿੱਚ 12th ਇਕਨੋਮਿਕਸ ਦਾ ਪੇਪਰ ਲੀਕ ਹੋਇਆ। ਆਰਤੀ ਜੀ, ਸਵਾਲ ਇਹ ਕਿ ਪੇਪਰ ਲੀਕ ਹੋਣਾ, ਹੁਣ ਜਦੋਂ ਤੁਸੀਂ ਓਪੋਜੀਸ਼ਨ ਦੇ ਵਿੱਚ ਹੋ, ਉਦੋਂ ਚਾਹੇ ਫਿਰ ਕਦੀ ਬੀਜੇਪੀ ਸੀ, ਚਾਹੇ ਹੁਣ ਕਾਂਗਰਸ ਹੈ, ਇਹ ਸਵਾਲ ਹੁੰਦਾ ਹੈ ਕਿ ਅਸਤੀਫਾ ਦੇ ਦਿਓ ਤੁਸੀਂ, ਤੁਹਾਡੇ ਟਾਈਮ ਦੇ ਪੇਪਰ ਲੀਕ ਹੋ ਰਹੇ ਨੇ, ਵਿਦਿਆਰਥੀਆਂ ਦਾ, ਨੌਜਵਾਨਾਂ ਦਾ ਭਵਿੱਖ ਖਰਾਬ ਹੈ। ਹੁਣ ਸਵਾਲ ਇਹ ਕਿ ਆਖਿਰ ਮੈਕੈਨਿਜ਼ਮ ਕੌਣ ਬਣਾਏਗਾ? ਜਦੋਂ ਤੁਸੀਂ ਪਾਵਰ ਦੇ ਵਿੱਚ ਹੋ, ਕਿ ਉਦੋਂ ਮੈਕੈਨਿਜ਼ਮ ਨਹੀਂ ਬਣ ਸਕਦਾ? बिल्कुल प्रियंका, अगर देखा जाए तो ये पॉलिटिक्स रिलेटेड सोल्यूशन नहीं निकालना चाहिए, इसे पॉलिसी रिलेटेड सोल्यूशन निकालना चाहिए। और जो पॉलिसी रिलेटेड सोल्यूशन है वो तभी आ सकता है जब हम सिस्टेमिक फेलियर्स को एडमिट करें, पहले तो माने कि हाँ ये हमारी तरफ से पॉलिसी डिसीजंस हो रहे हैं। अब ये पॉलिसी डिसीजंस क्यों हो रहे हैं? अब आप ये देखो कि अभी नीट का जो री एग्जाम हुआ है उसमें एयरफोर्स के प्लेन्स, एयरफोर्स देश की सुरक्षा के लिए इस्तेमाल होते हैं। अब एयरफोर्स के प्लेन्स अगर वो क्वेश्चन पेपर्स ले जा रहे हैं तो आप सोच सकते हो कि कितना खतरा होगा। यानी कि गवर्नमेंट फेल हुई है उस एंड ते भी। खैर ਅਸੀਂ ਲਗਾਤਾਰ ਚਰਚਾ ਕਰਾਂਗੇ। ਅਗਲੇ ਦੇਖਦੇ ਹਾਂ 2011 ਦੇ ਵਿੱਚ ਕੈਟ ਦਾ ਪੇਪਰ, ਹਾਲਾਂਕਿ ਟੈਕਨੀਕਲ ਫੇਲਿਅਰ ਸੀ, ਲੇਕਿਨ ਇਸ ਦੇ ਬਾਵਜੂਦ ਵੀ ਇਹ ਪੇਪਰ ਨੂੰ ਵੀ ਰੀਸ਼ੈਡਿਊਲ ਕਰਨਾ ਪਿਆ ਸੀ। ਉਸ ਤੋਂ ਬਾਅਦ 2011 ਤੋਂ ਬਾਅਦ, ਯਾਨੀ ਇਹ ਸਿਲਸਿਲਾ ਰੁਕਿਆ ਨਹੀਂ। 2006 ਚ, ਫਿਰ 8 ਚ, ਫਿਰ 11 ਚ, ਫਿਰ 11-12 ਦੇ ਵਿੱਚ ਯੂਪੀਐਸਸੀ ਪ੍ਰੀਲਿਮਸ ਦਾ ਜੋ ਤਰੀਕਾ ਸੀ ਉਸ ਨੂੰ ਲੈ ਕੇ ਵਿਵਾਦ ਹੋਇਆ, ਉਸ ਦੀ ਜਾਂਚ ਹੋਈ ਔਰ ਇਹ ਉਸ ਵਕਤ ਵੀ ਡਿਮਾਂਡ ਹੋਈ ਸੀ ਕਿ ਪੈਟਰਨ ਇਸ ਦਾ ਜਿਹੜਾ ਬਦਲਿਆ ਜਾਏ। ਉਸ ਤੋਂ ਬਾਅਦ 2011 ਔਰ 12 ਦੇ ਵਿੱਚ ਉਸ ਪੈਟਰਨ ਦੀ ਮੰਗ ਹੋਈ। ਫਿਰ 12 ਦੇ ਵਿੱਚ AIPMT ਮੈਡੀਕਲ ਟੈਸਟ ਜਿਹੜਾ, ਉਸ ਦੇ ਵਿੱਚ ਵੀ ਇਸੇ ਤਰੀਕੇ ਡਿਮਾਂਡ ਹੋਈ ਸੀ, ਪੇਪਰ ਲੀਕ ਹੋਇਆ। ਸੁਪਰੀਮ ਕੋਰਟ ਦੇ ਵਿੱਚ ਮਾਮਲਾ ਗਿਆ, ਸੁਪਰੀਮ ਕੋਰਟ ਨੂੰ ਇਸ ਮਾਮਲੇ ਵਿੱਚ ਦਖਲ ਕਰਨਾ ਪਿਆ ਸੀ। ਅੱਗੇ ਵੇਖਦੇ ਹਾਂ 2012 ਤੋਂ ਬਾਅਦ ਕੀ ਸਿਲਸਿਲਾ ਰੁਕਿਆ ਜਾਂ ਇਸ ਤੋਂ ਵੀ ਅੱਗੇ ਤੱਕ ਗਿਆ 2017 ਦੇ ਵਿੱਚ। ਹੁਣ ਗੱਲ ਕਰਦੇ ਹਾਂ ਬੀਜੇਪੀ ਗਵਰਨਮੈਂਟ ਦੀ, ਕਿਉਂਕਿ ਕੱਲ ਰਾਹੁਲ ਗਾਂਧੀ ਨੇ ਕਿਹਾ ਕਿ 152 ਪੇਪਰ ਲੀਕ ਹੋਏ ਨੇ ਬੀਜੇਪੀ ਗਵਰਨਮੈਂਟ ਦੇ ਵਿੱਚ। 2014 ਤੋਂ ਲੈ ਕੇ 26 ਤੱਕ ਦੀ ਗੱਲ ਕਰਾਂਗੇ। 2017 ਦੇ ਵਿੱਚ, ਉਸ ਤੋਂ ਬਾਅਦ 2020 ਦੇ ਵਿੱਚ JEE ਮੇਨਸ ਆਨਲਾਈਨ ਹੈਕਿੰਗ ਹੋਈ। ਉਸ ਤੋਂ ਬਾਅਦ 2020 ਤੋਂ ਬਾਅਦ ਲਗਾਤਾਰ ਸਿਲਸਿਲਾ ਚੱਲਦਾ ਰਿਹਾ। 2021 ਦੇ ਵਿੱਚ ਨੀਟ ਔਰ ਕਈ ਸਟੇਟ ਦੇ ਵਿੱਚ ਪ੍ਰੀਖਿਆਵਾਂ ਸੀ ਉਹ ਰੱਦ ਕਰਨੀਆਂ ਪਈਆਂ ਦੇਸ਼ ਭਰ ਦੇ ਵਿੱਚ, ਉਦੋਂ ਵੀ ਪ੍ਰਦਰਸ਼ਨ ਹੋਏ ਸੀ। 2021 ਤੋਂ ਬਾਅਦ ਫਿਰ 24 ਦੇ ਵਿੱਚ ਮੈਗਾ ਨੀਟ UG ਜਿਹੜਾ UGC ਨੈਟ ਉਹ ਵੀ ਰੱਦ ਕਰਨਾ ਪਿਆ, ਉੱਥੇ ਵੀ ਸੁਪਰੀਮ ਕੋਰਟ ਦੇ ਤੱਕ ਇਹ ਮਾਮਲਾ ਪਹੁੰਚਿਆ ਸੀ। 2024 ਤੋਂ ਬਾਅਦ 24 ਦੇ ਵਿੱਚ ਹੀ ਪੁਲਿਸ ਭਰਤੀ ਦਾ ਮਾਮਲਾ ਸਾਹਮਣੇ ਆਇਆ, ਉਸ ਦੇ ਵਿੱਚ ਵੀ ਇੰਟਰਵੀਨ ਕਰਨਾ ਪਿਆ ਸੀ। ਪੁਲਿਸ ਭਰਤੀ ਦਾ ਪੇਪਰ ਲੀਕ ਹੋਇਆ, ਉੱਥੇ ਵੀ ਨੌਜਵਾਨਾਂ ਦਾ ਭਵਿੱਖ ਦਾਅ ਤੇ ਲੱਗਦਾ ਨਜ਼ਰ ਆਇਆ। ਸਿਲਸਿਲਾ ਰੁਕਿਆ ਨਹੀਂ। 24 ਤੋਂ ਬਾਅਦ 26 ਦੇ ਵਿੱਚ ਹੁਣ ਜਿਸ ਦੀ ਅਸੀਂ ਗੱਲ ਕਰ ਰਹੇ ਹਾਂ, ਜੋ ਵਜ੍ਹਾ ਹੈ ਇਸ ਵਕਤ ਇਸ ਡਿਸਕਸ਼ਨ ਦੀ, ਨੀਟ ਦਾ ਪੇਪਰ ਇੱਕ ਵਾਰ ਫਿਰ ਤੋਂ ਲੀਕ ਹੋਇਆ। ਸਵਾਲ ਇਹ, ਜਿਵੇਂ ਮੈਂ ਤੁਹਾਨੂੰ ਪਹਿਲਾਂ ਸਵਾਲ ਕੀਤਾ ਸੀ ਕਿ ਅਸੀਂ ਹੁਣ ਓਪੋਜੀਸ਼ਨ ਦੇ ਵਿੱਚ, ਹੁਣ ਆਪ ਦਾ ਵੀ ਮੌਕਾ ਇਹ ਕਿਵੇਂ ਲੱਭਣਾ, ਇਹ ਓਪੋਜੀਸ਼ਨ ਪਾਰਟੀਆਂ ਵੇਖ ਰਹੀਆਂ ਨੇ। मैं वही बता रही हूँ आपको कि अब तक जितने भी पेपर्स लीक हुए हैं 152 से ऊपर, इसमें सेंट्रल एग्जामिनेशंस भी हैं, जैसे ऑल इंडिया इंजीनियरिंग एंट्रेंस, इसमें स्टेट लेवल एग्जामिनेशंस भी हैं। ठीक है, सेंटर में सरकार होती है पर स्टेट एडमिनिस्ट्रेड एग्जाम्स में भी लीकेज हुई है। बिहार पब्लिक सर्विस, राजस्थान सबसे ज्यादा, राजस्थान में सबसे ज्यादा, जहां अशोक गहलोत की सरकार थी। इनफैक्ट राजस्थान ने फिर भी कोशिश की थी, ये मानना पड़ेगा, कि एक राजस्थान मॉडल आया था जिसमें कि जो आप बिल बता रहे थे, बिल भी पास हुआ था, जिसके तहत ये कहा गया था कि 10 साल से लेकर आजीवन कैद और 10 लाख से लेकर 1 करोड़ 1.5 करोड़ 2 करोड़ ਦਾ ਸ਼ਾਇਦ ਜਿਹੜਾ ਪਾਰਲੀਮੈਂਟ ਦੇ ਵਿੱਚ ਪਾਸ ਹੋਈ ਸੀ, ਜੋ ਕਾਨੂੰਨ ਵੀ ਬਣ ਚੁੱਕਾ ਹੈ। ਬਿਲਕੁਲ। ਹੁਣ ਸਵਾਲ ਇਹ ਕਿ ਕਾਨੂੰਨ ਬਣ ਗਿਆ, ਕਾਰਵਾਈ ਕੌਣ ਕਰੇਗਾ? ਹੁਣ ਪਿਛਲੇ, ਜਿਵੇਂ ਤੁਸੀਂ ਕਹਿ ਰਹੇ ਸੀ, ਨਾ ਤਾਂ ਯੂਪੀ ਗਵਰਨਮੈਂਟ ਦੇ ਵਿੱਚ ਕੋਈ ਕਾਨੂੰਨ ਨਹੀਂ ਬਣਿਆ। ਹੁਣ ਇਸ ਗਵਰਨਮੈਂਟ ਨੇ ਕਾਨੂੰਨ ਬਣਾ ਕੇ ਹਵਾ ਤਾਂ ਬਣ ਚੁੱਕਾ ਹੈ ਕਿ ਠੀਕ ਹੈ, ਅਸੀਂ ਪ੍ਰੀਵੈਂਸ਼ਨ ਵਾਸਤੇ ਕਾਨੂੰਨ ਬਣਾਤਾ, ਹੁਣ ਲੀਕ ਨਹੀਂ ਹੋਏਗਾ। फिर भी सारा कुछ हो रहा है, इसी गवर्नमेंट ਦੇ ਵਿੱਚ ਹੋ ਰਿਹਾ, लेकिन कार्रवाई किस कानून के तहत कर? जब भी लॉ बनता है उस
कानून को, उस लॉ को तोड़ने के भी अन्य रास्ते बनते हैं। तो जो ये पेपर लीक माफिया है उसको, उसके लिए सेंध लगाना मुश्किल नहीं होता। होना आसान है शायद। बिल्कुल बिल्कुल आसान है, बिल्कुल आसान है। इतनी सरकारें हुई हैं, जितनी सरकारें हुई हैं उससे ज्यादा लीक्स हुए हैं। तो अभी तक कोई स्ट्रक्चर्ड अप्रोच कि सोल्यूशन स्ट्रक्चर्ड हो, ढांचागत अप्रोच हो, तकनीकी सोल्यूशन, क्योंकि ये सारे पेपर्स टेक्नोलॉजी से मेरे ख्याल में टेक्नोलॉजी इनकी सबसे कमजोर कड़ी है, क्योंकि डार्क वेब के थ्रू आप कर सकते हो, आप पेपर लीक्स कर सकते हो। जो एडमिनिस्ट्रेशन है उसमें जितना ह्यूमन इंटरफेस होगा, जितना आदमी या इंसान उसमें इन्वॉल्व होंगे, उतने ज्यादा लीकेज के चांसेस बढ़ जाएंगे। क्यों हम एनक्रिप्टेड क्वेश्चन पेपर्स नहीं कर सकते? क्यों हम लाइव सर्चेस नहीं कर सकते? क्यों हम लाइव मॉनिटरिंग ऑफ एग्जामिनेशन सेंटर्स नहीं कर सकते? क्या क्या मुश्किल है? यानी कि विल पावर ਦੇ ਵਿੱਚ ਕਮੀ ਲੱਗਦੀ ਹੈ। पॉलिटिशियन कोई भी होए, ਨੀਅਤ की कमी है, अगर कहना चाहे। सो ਇਹ ਬਲੇਮ ਗੇਮ ਸ਼ੁਰੂ ਹੋ ਚੁੱਕੀ ਹੈ। ਇਸ ਪ੍ਰੋਟੈਸਟ ਦੇ ਵਿੱਚ ਜੋ ਕੁਝ ਅਸੀਂ ਵੇਖ ਪਾ ਰਹੇ ਹਾਂ, ਚਾਹੇ ਠੀਕ ਹੈ ਜਿਵੇਂ ਮੈਂ ਪਹਿਲਾਂ ਕਿਹਾ ਕਿ ਆਪਦਾ में मौका सबको चाहिए, ਸੋ ਉਹ ਉੱਥੋਂ ਤੱਕ ਠੀਕ ਹੈ। ਲੇਕਿਨ ਹੁਣ ਜਦੋਂ ਸੈਸ਼ਨ ਦੀ ਕਾਰਵਾਈ ਚੱਲ ਰਹੀ ਹੈ, ਹੁਣ ਬੀਜੇਪੀ ਕਹਿ ਰਹੀ ਹੈ ਕਿ ਠੀਕ ਹੈ ਤੁਸੀਂ ਚਰਚਾ ਕਰੋ ਇਹਦੇ ਤੇ, ਅਸੀਂ ਤਿਆਰ ਹਾਂ। ਹੁਣ ਸ਼ਰਤ ਰੱਖੀ ਹੈ ਕਾਂਗਰਸ ਨੇ ਕਿ ਤੁਸੀਂ ਪਹਿਲਾਂ ਅਸਤੀਫਾ ਦਿਓ, ਪਹਿਲਾਂ ਅਸਤੀਫਾ ਲਵਾਂਗੇ ਆਪਾਂ ਸਿੱਖਿਆ ਮੰਤਰੀ ਦਾ, ਫਿਰ ਚਰਚਾ ਕਰਾਂਗੇ। ਹੁਣ ਇਹ ਤੋਂ ਕੀ ਸਮਝ ਪਾ ਰਹੇ ਆ? ਠੀਕ ਹੈ ਮਨਸ਼ਾ ਨਾ ਤਾਂ ਕਰੰਟ ਗਵਰਨਮੈਂਟ ਦੀ ਨਜ਼ਰ ਆ ਰਹੀ ਹੈ, ਨਾ ਹੀ ਮਨਸ਼ਾ ਕਾਂਗਰਸ ਦੀ ਵੀ ਨਜ਼ਰ ਨਹੀਂ ਆ ਰਹੀ। ਅਗਰ ਤੁਸੀਂ ਸੱਚੀ ਚਾਹੁੰਦੇ ਹੋ ਕਿ ਚਰਚਾ ਹੋਵੇ, ਠੀਕ ਹੈ, ਉਸ ਮੁੱਦੇ ਤੇ ਗੱਲ ਬਾਅਦ ਦੇ ਵਿੱਚ ਹੋ ਸਕਦੀ ਹੈ, ਲੇਕਿਨ ਆਖਿਰ ਕਿਉਂ ਇਸ ਤੇ ਚਰਚਾ नहीं हो रही? अगर वो गवर्नमेंट कह रही है कि तुसी चर्चा करो, उत्थे फिर क्यों चर्चा ते नहीं आ रहे? वो इसलिए क्योंकि शायद हम रियलाइज नहीं कर रहे हैं कि जो बच्चे, जो स्टूडेंट्स हैं, जो इस देश का भविष्य हैं, सारे राजनीतिक पॉलिटिशियंस इस बात पर करेंगे कि ये हमारे देश का भविष्य है, पर ये जो गेम खेल रहे हैं उसकी कीमत हमारे देश का भविष्य चुका रहा है। तो ये उनके बारे में नहीं सोचकर अपनी रोटी सेक रहे हैं। अभी भी अगर फिक्स्ड मैच लग रहा है ਤੁਹਾਨੂੰ, गवर्नमेंट्स पॉलिटिशियंस फिक्स्ड मैच खेल रहे ਨੇ ਵੀ ਲੱਗਦਾ। ਤੁਹਾਨੂੰ ਯਾਦ ਹੋਏਗਾ ਇਸੇ ਪ੍ਰੋਟੈਸਟ ਦੇ ਵਿੱਚ ਜਦੋਂ ਰਾਹੁਲ ਗਾਂਧੀ ਉਹਨਾਂ ਨੂੰ ਲੈ ਕੇ ਗਏ, ਜਿਸ ਤਰੀਕੇ ਦੇ ਨਾਲ ਲੈ ਕੇ ਗਏ, ਮੈਂ ਕਹਾਂਗੀ ਐਲਓਪੀ ਨੇ, ਸ਼ੈਡੋ ਪੀਐਮ ਨੇ, ਲੇਕਿਨ ਉਹਨਾਂ ਨੂੰ ਲੈ ਕੇ ਜਾਣ ਦਾ ਤਰੀਕਾ, ਔਰ ਇਹ ਵੀ ਅਖਬਾਰਾਂ ਦੀਆਂ ਸੁਰਖੀਆਂ ਬਣੀਆਂ ਕਿ ਅੱਜ ਤੱਕ ਇਤਿਹਾਸ 'ਚ ਕਦੇ ਨਹੀਂ ਹੋਇਆ ਕਿ एक एलओपी इस तरीके नाल कोई डिटेन करके लेके गया हो। बिल्कुल, मैं आपकी बात से बिल्कुल सहमत हूँ कि ये एक डेमोक्रेसी नहीं है। आपको याद होगा मैंने पहले भी अपने एक कवरेज में कहा था कि अटल बिहारी वाजपेयी को याद कीजिए, वो भी लीडर ऑफ ऑपोजिशन थे। उस टाइम पर नरसिम्हा राव ने अटल बिहारी वाजपेयी को जिनीवा भेजा था भारत का प्रतिनिधित्व करने के लिए। तो एक वो इज्जत थी जो लीडर ऑफ ऑपोजिशन को दी गई थी। उसके अलावा अटल बिहारी वाजपेयी ने रिजाइन करते हुए, जब उनकी 13 दिन की सरकार गिरी थी, तो उन्होंने कहा था कि सरकारें आएंगी जाएंगी, लीडर्स आएंगे जाएंगे, पर देश का लोकतंत्र बने रहना चाहिए। सत्ता का खेल तो चलेगा, सरकारें आएंगी जाएंगी, पार्टियां बनेगी बिगड़ेंगी, मगर ये देश रहना चाहिए, इस देश का लोकतंत्र अमर रहना चाहिए। कहीं न कहीं ये लग रहा है कि लोकतंत्र में अगर प्रोटेस्ट करने का ही कोई जरिया नहीं है, तो आप पेपर लीक कैसे जरिया किवें होएगा? ਤੁਸੀਂ ਦੇਖੋ ਸੰਵਿਧਾਨ ਦਾ ਆਰਟੀਕਲ 19 ਇੱਕ ਪਾਸੇ ਸਾਨੂੰ ਇਜਾਜ਼ਤ ਦਿੰਦਾ ਹੈ ਕਿ ਤੁਸੀਂ, ਤੁਹਾਨੂੰ ਫਰੀडम ਆਫ ਸਪੀਚ ਹੈ, ਤੁਸੀਂ ਐਜੀਟੇਸ਼ਨ ਕਰਨਾ, ਤੁਸੀਂ ਸਹਿਮਤ ਨਹੀਂ ਹੋ ਸਰਕਾਰ ਦੇ ਨਾਲ, ਤੁਸੀਂ ਧਰਨਾ ਕਰ ਸਕਦੇ ਹੋ। ਇੱਕ ਥਾਮ ਕਰ ਰਿਹਾ, ਜਿਵੇਂ ਤੁਸੀਂ ਇੱਕ ਵਾਰ ਪਹਿਲਾਂ ਵੀ ਗੱਲ ਕਰ ਰਹੇ ਸੀ ਕਿ ਇਹ ਆਲਰੇਡੀ ਤੈਅ ਹੋ ਚੁੱਕਾ ਹੈ। ਹੁਣ ਉਸੇ ਸੰਵਿਧਾਨ ਦੇ ਵਿੱਚ ਧਾਰਾ 163 ਲਗਾ ਕੇ ਰੋਕ ਦਿੱਤਾ ਜਾਂਦਾ ਹੈ ਕਿ ਤੁਸੀਂ ਇੱਥੇ 5 ਤੋਂ ਵੱਧ ਲੋਕ ਇਕੱਠੇ ਨਹੀਂ ਹੋ ਸਕਦੇ ਅਗਰ ਕਿਸੇ ਕੋਲ ਆਰਮਸ ਹੋਏ। ਹੁਣ ਸਵਾਲ ਇਹ ਹੈ ਕਿ ਸੰਵਿਧਾਨ ਦੇ ਵਿੱਚ ਵੀ ਦੋਹਰੀਆਂ ਚੀਜ਼ਾਂ ਕਿਉਂ ਨੇ? ਇੱਕ ਪਾਸੇ ਅਧਿਕਾਰ ਹੈ, ਦੂਜੇ ਪਾਸੇ ਆਪਣਾ ਫਰਜ਼, ਚਾਹੇ ਪੋਲੀਟੀਸ਼ੀਅਨਸ ਨੇ, ਚਾਹੇ ਪੁਲਿਸ ਪ੍ਰਸ਼ਾਸਨ ਨੇ, ਉਹ ਕਹਿ ਦਿੰਦੇ ਨੇ ਕਿ ਅਸੀਂ ਤਾਂ ਲਾਅ ਐਂਡ ਆਰਡਰ ਦੀ स्थिति ਨੂੰ मेंटेन करने वास्ते लगाता है। फिर आर्टिकल 19 का की मतलब है? मैं वही बता रही हूँ आपको प्रियंका कि अगर पुलिस वालों को भी तैनात किया तो उनके कंडक्ट के लिए भी रूल्स एंड रेगुलेशंस हैं। हमने प्रोटेस्ट में देखा कि किस तरह से बेदर्दी से मारा जा रहा है, पीटा जा रहा है बिना बैच के हैं, जिसकी वजह से ये सवालिया निशान भी लग गया कि प्लेन क्लोथ्स में क्या वो पुलिस वाले थे या वो गुंडे थे। तो हर एक लॉ के लिए एक यार्ड स्टिक होता है, पॉइंटर्स होते हैं, उन पॉइंटर्स के बीच में कई लूप होल्स होते हैं और इन्हीं लूप होल्स को एक्सप्लॉइट कर कर फिर अपना मतलब देखा जाता है। सो हालांकि ये चर्चा का विषय इन्ना वड्डा है कि जिन्नी ज़्यादा चर्चा करो उन्नी थोड़ी है। फिलहाल वेखना यह होएगा कि जिस तरीके दे नाल इस प्रोटेस्ट दे विच जो कुछ हो रहा, लेकिन जिस डायरैक्शन दे विच ये प्रोटेस्ट जा रहा उसकी भी चर्चा हो रही है। लेकिन फिलहाल चर्चा का विषय सब तो वड्डा ये है कि देश का सब तो वड्डा मंच यानी कि देश की संसद की यही चर्चा उस संसद दे विच भी होएगी, ये वेखना होएगा। वीडियो जर्नलिस्ट जग्गी दे नाल मैं प्रियंका मिलू, मेरे सीनियर सहयोगी आरती सिंह।